ਜਿਹੜੇ ਫੇਸਬੁੱਕ ਦੇ ਉੱਤੇ ਦੋਸਤ ਮਿੱਤਰ ਆਪਣੇ ਹੈਗੇ ਆ, ਪੋਸਟਾਂ ਲਿਖਦੇ ਆ, ਕਰਦੇ ਆ, ਇੱਕ ਚੀਜ਼ ਜਿਹੜੀ ਆ ਨਾ ਉਹ ਬੜੀ ਜ਼ਰੂਰੀ ਆ ਖਿਆਲ ਰੱਖਣ ਵਾਲੀ। ਸਾਡੀ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰਦੇ ਆ, ਪੁਜਾਰੀ ਦੇ ਧਰਮ ਦੇ ਉੱਤੇ ਕਬਜ਼ੇ ਦੀ ਗੱਲ ਕਰਦੇ ਆ, ਵੀ ਕਿੱਦਾਂ ਕਿੱਦਾਂ ਉਹ ਲੁੱਟ ਰਿਹਾ ਆ, ਠੀਕ ਆ, ਜਾਂ ਕਰਮਕਾਂਡ ਜਿਹੜੇ ਹੋ ਰਹੇ ਆ, ਉਹ ਸਾਰੇ ਕੁਛ ਦੇ ਵਿੱਚ ਇੱਕ ਚੀਜ਼ ਦਾ ਖਿਆਲ ਰੱਖਿਓ ਵੀ ਆਪਾਂ ਕਿਸੇ ਉਸਾਰੀ ਦੀ ਗੱਲ ਕਰਦੇ ਹਾਂ, ਆਪਾਂ ਆਪਣੇ ਫਰਜ਼ ਨਿਭਾਉਣੇ ਦੀ ਗੱਲ ਕਰਦੇ ਹਾਂ। ਜਿਹੜਾ ਵੀ ਨਾ ਬੰਦਾ ਉੱਥੇ ਬੈਠਾ ਆਪਣੇ ਹੱਕਾਂ ਦੀ ਗੱਲ ਕਰਦਾ ਆ, ਹੁਣ ਇੱਕ ਬੰਦਾ ਕਹਿ ਰਿਹਾ ਵੀ ਦੇਖੋ ਜੀ ਆ ਤਾਂ ਪੁਜਾਰੀ ਦਾ ਜਾਲ ਆ ਸਾਰਾ, ਏਦਾਂ ਨਾ ਸਾਨੂੰ ਐਵੇਂ ਕਹੀ ਜਾਂਦਾ ਹੈ ਵੀ ਸ਼ਰਾਬ ਨਹੀਂ ਪੀਣੀ, ਵੀ ਸ਼ਰਾਬ ਪੀਣੀ ਚਾਹੀਦੀ ਹੈ, ਠੀਕ ਹੈ, ਪੈਗ ਲਾ ਲੈਣਾ ਚਾਹੀਦਾ, ਕੋਈ ਗੱਲ ਨਹੀਂ, ਕੋਈ ਨੁਕਸਾਨ ਨਹੀਂ ਹੈਗਾ, ਲਾ ਲਓ ਤੁਸੀਂ, ਠੀਕ ਹੈ। ਪਰ ਜਿਹੜੇ ਤੁਸੀਂ ਸੁਣਨੇ ਵਾਲੇ ਆ ਨਾ, ਉਹਨੂੰ ਸਾਡੇ ਨਾਲ ਨਾ ਜੋੜ ਕੇ ਦੇਖਿਓ ਕਦੇ ਵੀ, ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਵੀ ਸਾਡੀ ਪੀੜ੍ਹੀ ਜਿਹੜੀ ਆ, ਜਿਹੜੇ ਉਹ ਇਹ ਗੱਲ ਕਰਦੀ ਆ ਪੁਜਾਰੀ ਦੇ ਧੰਦੇ ਦੀ, ਉਹਦੇ ਜਾਲ ਦੀ, ਧਰਮ ਜਿਹੜਾ ਆ, ਧਰਮ ਦੇ ਨਾਂ ਦੇ ਉੱਤੇ ਸੈਕਟਿਜ਼ਮ ਜਿਹੜਾ ਖੜਾ, ਠੀਕ ਆ, ਇਹ ਵੱਖਰੀਆਂ ਵੱਖਰੀਆਂ ਧਿਰਾਂ ਲੁੱਟ ਰਹੀਆਂ ਲੋਕਾਂ ਨੂੰ, ਕਰਮਕਾਂਡ ਆ ਜਿਹੜੇ ਧਰਮ, ਠੀਕ ਆ, ਗੁਰਦੁਆਰੇ ਦਾ ਢਾਂਚਾ ਨਹੀਂ ਹੋ ਸਕਦਾ ਗੁਰੂ ਸਾਹਿਬ ਦੇ ਵੇਲੇ ਇੱਦਾਂ ਦਾ, ਕਕਾਰਾਂ ਦੀ ਇੱਦਾਂ ਕਿੱਦਾਂ ਅਹਿਮੀਅਤ ਹੋ ਸਕਦੀ ਆ। ਇਹ ਜੇ ਗੱਲਾਂ ਅਸੀਂ ਕਰਦੇ ਹਾਂ, ਅਸੀਂ ਇਸ ਕਰਕੇ ਨਹੀਂ ਕਰਦੇ ਵੀ ਇਹਦਾ ਬੈਨੀਫਿਟ ਅਸੀਂ ਆਪ ਲੈਣਾ ਨਿੱਜੀ ਤੌਰ ਤੇ। ਮੈਂ ਵਾਰ-ਵਾਰ ਇਹ ਗੱਲ ਕਹਿਣਾ ਕਿ ਸਾਡੀ ਪੀੜ੍ਹੀ, ਜੇ ਅਸੀਂ ਔਰਤ ਦੇ ਬਾਰੇ ਵੀ ਗੱਲ, ਜੇ ਬੱਚਿਆਂ ਦੇ ਬਾਰੇ ਵੀ ਗੱਲ ਕਰਦੇ ਹਾਂ, ਜੇ ਅਸੀਂ ਇੱਦਾਂ ਕਹਿੰਦੇ ਹਾਂ ਵੀ ਦੇਖੋ ਜੀ ਇੱਦਾਂ ਜ਼ਰੂਰੀ ਨਹੀਂ ਹੈਗਾ ਵੀ ਇੱਕ ਵਾਰੀ ਵਿਆਹ ਹੋ ਗਿਆ ਤਾਂ ਡਿਵੋਰਸ ਨਹੀਂ ਹੋਣਾ ਚਾਹੀਦਾ, ਸਾਡੀਆਂ ਬੱਚੀਆਂ ਨੂੰ ਇਸ ਗੱਲ ਤੇ ਅਸੀਂ ਇਹ ਨਾ ਕਹੀਏ ਵੀ ਘਰੋਂ ਹੁਣ ਤੇਰੀ ਡੋਲੀ ਚੱਲ ਗਈ ਆ ਤੇ ਅਰਥੀ ਤੇਰੀ ਸਹੁਰਿਆਂ ਤੋਂ ਉੱਠਣੀ ਚਾਹੀਦੀ ਹੈ, ਜੇ ਉਹਦੇ ਨਾਲ ਅਤਿਆਚਾਰ ਹੁੰਦਾ ਆ ਉਹ ਡਿਵੋਰਸ ਕਰਨੇ ਨੂੰ, ਮਤਲਬ ਇਹ ਗੱਲਾਂ ਇਸ ਕਰਕੇ ਨਹੀਂ ਕਹਿੰਦੇ ਵੀ ਅਸੀਂ ਆਪਣੀਆਂ ਜਾ ਕੇ ਘਰ ਵਾਲੀਆਂ ਦੇ ਨਾਲ ਹੁਣ ਡਿਵੋਰਸ ਸ਼ੁਰੂ ਕਰ ਦਈਏ ਸੀ, ਕਿਉਂਕਿ ਸਾਡੇ ਇਹ ਫੈਸਲੇ ਸਾਤੋਂ ਪਹਿਲਾਂ ਲਏ ਜਾ ਚੁੱਕੇ ਆ, ਸਮਾਜ ਉੱਥੇ ਖੜਾ ਆ, ਉਹਨਾਂ ਫੈਸਲਿਆਂ ਦੇ ਨਾਲ ਬੱਚੇ ਹੋ ਚੁੱਕੇ ਆ, ਇੱਕ ਕਲੈਪਸ ਹੋਣਾ ਸਾਰਾ ਕੁਛ, ਇਹ ਉਹਦੇ ਨਾਲ ਸੁਧਾਰ ਨਹੀਂ ਹੋ ਸਕਣਾ। 5-5 ਸਾਲ, 10-10 ਸਾਲ, 15-15, 20-20 ਸਾਲ ਬੱਚਿਆਂ ਨੂੰ ਉਸ ਢਾਂਚੇ ਸਿਸਟਮ 'ਚ ਰਹਿੰਦਿਆਂ ਨੂੰ ਹੋ ਗਏ ਆ। ਹੁਣ ਜੇ ਆਪਣੇ ਸਵਾਰਥ ਲਈ, ਜੇ ਮੇਰੇ ਵਰਗੇ ਨੂੰ ਕਿਸੇ ਨੂੰ 20 ਸਾਲ ਦੀ, 22 ਸਾਲ ਦੀ, 25 ਸਾਲ ਦੀ ਕੁੜੀ ਸੋਹਣੀ ਲੱਗੀ ਤੇ ਮੈਂ ਇਹਦਾ ਢੁੱਚਰ ਡਾਵਾਂ ਪੇ, ਹੁਣ ਨਹੀਂ, ਮੇਰਾ ਤਾਂ ਅਰੇਂਜ ਮੈਰਿਜ ਹੋਈ ਸੀ, ਮੇਰੀ ਤਾਂ ਮਜਬੂਰੀ ਨਾਲ ਵਿਆਹ ਹੋਇਆ ਸੀ, ਹੈਂ, ਮੈਨੂੰ ਦੇਖੋ ਕਿੰਨੀ ਸੋਹਣੀ ਕੁੜੀ ਪਸੰਦ ਕਰਦੀ ਆ, ਮੈਂ ਡਿਵੋਰਸ ਲੈ ਕੇ ਉਹਦੇ ਨਾਲ ਜਾਣਾ, ਨਹੀਂ, ਉਹਦੇ ਨਾਲ ਢਾਂਚਾ ਹਿੱਲਣਾ। ਆਪਣੇ ਸਵਾਰਥ ਲਈ ਨਹੀਂ, ਆਪਣੇ ਹੱਕਾਂ ਲਈ ਨਹੀਂ, ਫਰਜ਼ਾਂ ਦੀ ਗੱਲ ਕਰੀਏ ਅਸੀਂ ਇੱਥੇ। ਅਸੀਂ ਵੱਡ ਹੋ ਕੇ, ਟੁੱਕ ਹੋ ਕੇ, ਮਰਨ ਦੇ ਬਿਸਤਰੇ ਤੇ ਬੈਠਣ ਤੋਂ ਬਾਅਦ ਵੀ ਉਹੀ ਗੱਲ ਕਰਦੇ ਹਾਂ, ਅਸੀਂ ਗੱਲ ਫਰਜ਼ਾਂ ਦੀ ਕਰੀਏ ਅਸੀਂ। ਜਿਹੜਾ ਬੰਦਾ ਕੇਸਾਂ ਨੂੰ ਭਾਰ ਸਮਝ ਕੇ ਜਾਂ ਦਾੜੀ ਨੂੰ ਭਾਰ ਸਮਝ ਕੇ ਇਦਾਂ ਘਟਾ ਕੇ, ਕੋਈ ਬੰਦਾ ਸ਼ਰਾਬ ਦੀ ਲੱਤ ਦੇ ਕਰਕੇ ਇਦਾਂ ਕੋਈ ਬੰਦਾ ਮੀਟ ਖਾਣ ਦੇ ਬਾਰੇ, ਕੋਈ ਬੰਦਾ ਗੁਰਦੁਆਰੇ ਨਾ ਜਾਣ ਦਾ ਮਾਰਾ, ਕੋਈ ਬੰਦਾ ਪੈਸਿਆਂ ਦਾ ਕੰਜੂਸ ਹੋ ਕੇ ਇਦਾਂ ਇਹ ਗੱਲਾਂ ਕਰਦਾ ਆ, ਉਹ ਸਾਡੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਖਿਆਲ ਰੱਖਿਓ। ਜਿਹੜੇ ਤੁਸੀਂ ਹੈਗੇ ਆ ਫੇਸਬੁੱਕ ਤੇ ਲਾਈਵ ਹੁੰਦੇ ਆ, ਕੋਈ ਲਾਲਚ ਨਹੀਂ ਹੈ ਸਾਨੂੰ ਕਿ ਉੱਥੇ 200 ਬੰਦਾ ਸੁਣਦਾ ਚਾਹੀਦਾ, YouTube ਤੇ 300 ਬੰਦਾ ਸੁਣਦਾ, ਨਹੀਂ ਸੁਣੂਗਾ, ਕੋਈ ਗੱਲ ਨਹੀਂ। ਅਸੀਂ ਜਿਹੜੀ ਹੁਣ ਮੈਂ ਗੱਲ ਜਦੋਂ ਕਰ ਰਿਹਾ ਹੁੰਨਾ, ਮੈਨੂੰ ਨਹੀਂ ਪਤਾ ਵੀ ਕੌਣ ਸੁਣਦਾ, ਮੈਂ ਦੇਖ ਨਹੀਂ ਰਿਹਾ ਉੱਥੇ, ਤੁਸੀਂ ਇੱਕ ਵੀ ਨਾ ਹੋਵੋ ਤਾਂ ਵੀ ਮੈਂ ਗੱਲ ਕਰ ਦੇਣੀ ਆਪਣੀ, ਕਿਉਂਕਿ ਮੇਰੀਆਂ ਗੱਲਾਂ ਦਾ ਤਾਂ ਮੈਨੂੰ ਨਸ਼ਾ ਆ। ਉਹ ਤਾਂ ਜੋ ਹੋਇਆ ਹੁੰਦਾ, ਹੁਣ ਕੈਂਪ ਦੇ ਉੱਤੇ ਜੋ ਕੁਛ ਹੋਇਆ ਆ ਉਹ ਡਿਸਕਸ ਕੀਤਾ, ਉਹ ਦੌਰ ਪੈ ਗਈ ਮੇਰੇ ਵਿਚਾਰਾਂ ਦੇ ਉੱਤੇ, ਆਪਣੇ ਦੇ ਉੱਤੇ। ਹੁਣ ਗੱਲ ਕਰਦਿਆਂ ਮੇਰੇ ਅੰਦਰ ਕੀ ਚੱਲ ਰਿਹਾ, ਅੱਗੇ ਮੈਂ ਕੀ ਕਰਨਾ, ਅਗਲੀਆਂ ਛੁੱਟੀਆਂ 'ਚ ਕੀ ਕਰਨਾ, ਗਾਹਾਂ ਜ਼ਿੰਦਗੀ 'ਚ ਕੀ ਕਰਿਆ ਕਰਨਾ, ਇਹ ਚੀਜ਼ਾਂ ਨੂੰ ਕਿੱਦਾਂ ਲਾਗੂ ਕਰਨਾ, ਮੈਨੂੰ ਪਤਾ ਉਹਦਾ ਮੈਨੂੰ ਸਰੂਰ ਕਿੰਨਾ ਪੈ ਰਿਹਾ। ਤੁਹਾਨੂੰ ਕੀ ਮਿਲਣਾ ਉਹਦੇ ਨਾਲ, ਉਹਦੇ 'ਚ ਸਾਨੂੰ ਕਮਿਸ਼ਨ ਨਹੀਂ ਕੋਈ ਮਿਲਣਾ। ਹਾਂ, ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਹੋਊਗਾ ਵੀ ਭਾਈ ਤੁਸੀਂ ਕੇਸ ਦੀ ਗੱਲ ਕਰਦੇ ਆ, ਅਸੀਂ ਨਾਲ ਪੈਸਾ ਦਿੰਦੇ ਆ ਤੁਹਾਨੂੰ, ਅਸੀਂ ਮਦਦ ਕਰਦੇ ਆ ਤੁਹਾਡੀ। ਦੇਖੋ, ਅਸੀਂ ਖੜੇ ਆ, ਸਟੈਂਡ ਲਿਆ, ਨਜਾਇਜ਼ ਤੌਰ ਤੇ ਉਹ ਕੇਸ ਹੋਣ ਲੱਗਾ, ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ
40-50 ਬੰਦੇ ਖੜ ਜਾਓਗੇ ਤੇ ਆਪਾਂ ਕੇਸ ਲੜ ਲੈਂਦੇ ਆ, ਠੀਕ ਹੈ। ਨਹੀਂ ਤਾਂ ਜਿਹੜੀ ਧਿਰ ਰੋਕਣਾ ਚਾਹੁੰਦੀ ਹੈ ਸਾਨੂੰ, ਹੁਣ ਜੇ ਉਸ ਹਰਕਤ ਦੇ ਉਸ ਕੰਮ ਦੇ ਕਰਕੇ ਅਸੀਂ ਤੁਹਾਡੇ ਅਹਿਸਾਨ ਥੱਲੇ ਦੱਬਣਾ, ਜੇ ਸਾਡਾ ਟੀਚਾ ਜਿਹੜਾ ਆ ਉਹ ਖਦੇੜਿਆ ਜਾਣਾ, ਫਿਰ ਤੁਹਾਡੇ ਚੋਂ 15-20 ਜਣੇ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਪਾਸੇ ਸਾਡੇ ਨਾਲ ਜੁੜੇ ਹੋਣ, ਸਾਨੂੰ ਪੈਸਾ ਦਿੰਦੇ ਹੋਣ, ਦੂਜੇ ਪਾਸੇ ਉੱਥੇ ਖਲਾਰਾ ਪਾਉਂਦੇ ਹੋਣ, ਸਾਡਾ ਉਹ ਖਲਾਰਾ ਹੀ ਪੈ ਗਿਆ, ਤਾਂ ਫਿਰ ਉਹਨਾਂ ਨਾਲ ਲੜਨੇ ਦਾ ਕੀ ਫਾਇਦਾ ਸਾਨੂੰ? ਜੇ ਤੁਹਾਡੇ ਵਰਗੇ ਨਿਕੰਮੇ ਪੈਦਾ ਕਰਨੇ ਆ, ਬੇਲੜ ਪੈਦਾ ਕਰਨੇ ਆ, ਕੰਮਚੋਰ ਪੈਦਾ ਕਰਨੇ ਆ, ਫਿਰ ਉਹਨਾਂ ਨਾਲ ਕਦੇ ਲੜਨਾ ਅਸੀਂ? ਉਹ ਜਿਹੜੇ ਮਿਲੀਅਨਰ ਬਣ ਕੇ ਬੈਠੇ ਆ ਉਹਨਾਂ ਨੂੰ ਫੋਨ ਕਰਕੇ ਗੱਲ ਕਰ ਲਾਂਗੇ ਅਸੀਂ, ਭਾਈ ਛੱਡੋ ਕੀ ਕਰਨਾ। ਤੁਹਾਡਾ ਸਾਨ ਲੈ ਕੇ, ਤੁਹਾਡੇ ਪੈਸੇ ਲੈ ਕੇ, ਤੁਹਾਡਾ ਆਪਣੀ ਤਰ੍ਹਾਂ ਦੀ ਅਵਾਰਾਗਰਦੀ, ਜਿਹਨੂੰ ਮੈਂ ਅਵਾਰਗੀ ਕਹਿੰਦਾ, ਜਦੋਂ ਫੇਸਬੁੱਕ ਤੇ ਪੋਸਟਾਂ ਪੜ੍ਹਦੇ ਹੁੰਦੇ ਆ, ਇੱਕ ਕੋਬਰੇ ਦਾ ਡੰਗ ਇਦਾਂ ਦੀ ਕੋਈ ਆਈਡੀ ਆ, ਉਹਦੀਆਂ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਮੈਨੂੰ ਬਹੁਤ ਭੈੜੀਆਂ ਜੀਆਂ ਲੱਗੀਆਂ, ਜਿਹਦੀ ਵੀ ਉਹ ਹੈ, ਉਹ ਜਿਹੜੇ ਜੈਨੂਅਨ ਬੰਦੇ ਆ ਬਹੁਤ ਸਾਰੇ, ਉਹ ਪੋਸਟਾਂ ਨੂੰ ਲਾਈਕ ਕਰਦੇ ਆ, ਉਹਨਾਂ ਦੇ ਉੱਤੇ ਕਮੈਂਟ ਕਰਦੇ ਆ। ਕੋਬਰੇ ਦਾ ਡੰਗ ਆ ਸ਼ਾਇਦ ਆਈਡੀ ਬਣੀ ਹੋ, ਠੀਕ ਹੈ। ਠੀਕ ਹੈ ਭਾਈ, ਤੁਸੀਂ ਸਿਆਣੇ ਹੋ ਰਹੇ ਆ, ਦਿਮਾਗ ਹੋ ਰਿਹਾ, ਤੁਹਾਡੇ ਅੰਦਰ ਹਿੰਮਤ ਆ ਰਹੀ ਆ, ਤੁਹਾਨੂੰ ਲੱਗਦਾ ਸਿਆਣੀਆਂ ਗੱਲਾਂ ਆਪਣੇ ਨਾਂ ਥੱਲੇ ਕਰੋ, ਉਹਨੂੰ ਸਾਡੇ ਨਾਲ ਨਾ ਜੋੜਿਓ। ਸਾਡਾ ਕੋਈ ਟੀਚਾ ਆ, ਕੀ ਟੀਚਾ? ਤੁਹਾਨੂੰ ਲੱਗਦਾ ਤੁਹਾਨੂੰ ਖੁੰਡਣਾ ਬੰਨਿਆ ਜਾ ਰਿਹਾ ਆ? ਖਬਰਦਾਰ, ਜੇ ਕੋਈ ਕਿਸੇ ਦੇ ਖੁੰਡਣਾ ਵੱਜਾ, ਸੰਗਲ ਤੜਾਓ ਆਪਣਾ, ਜਿਹੜੇ ਮਰਜ਼ੀ ਖੇਤ ਦੇ ਵਿੱਚ ਮੂੰਹ ਮਾਰੋ, ਜਿਹੜੇ ਮਰਜ਼ੀ ਠੇਕੇ ਦੇ ਉੱਤੇ ਪੀਵੋ, ਜਿੱਥੇ ਮਰਜ਼ੀ ਡਿਗੋ, ਜਿਹੜੇ ਮਰਜ਼ੀ ਔਰਤ ਬੰਦੇ ਨਾਲ ਖੇ ਕਹਾਵੇ, ਬੰਦਾ ਔਰਤ ਨਾਲ, ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਕਰ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਉਹਨੂੰ ਸਾਡੇ ਨਾਲ ਨਾ ਜੋੜਿਓ ਕਦੇ ਵੀ। ਸਾਡਾ ਆਪਣਾ ਟੀਚਾ ਹੈ ਕੋਈ। ਅਸੀਂ ਜੇ ਇੱਥੇ ਇੰਨੇ ਦੁੱਖ ਚੱਲ ਰਹੇ ਆ, ਇੰਨੇ ਕੇਸ, ਇਸ ਵੇਲੇ 7 ਕੇਸ ਹਾਈ ਕੋਰਟ ਵਿੱਚ ਆ ਮੇਰੇ। ਕਈ ਵਾਰ ਵਕੀਲ ਦਾ ਮੈਨੂੰ ਖੁਦ ਚੇਤਾ ਭੁੱਲ ਜਾਂਦਾ ਵੀ ਆਹ ਅਕਾਊਂਟ, ਆਹ ਜਿਹੜੀ ਇਨਵੋਇਸ ਆਈ ਆ, ਇਹ ਕਿਹੜੇ ਕੇਸ ਦੇ ਨਾਲ ਸੰਬੰਧਿਤ ਆ। ਫਿਰ ਚੇਤਾ ਕਰਨਾ ਪੈਂਦਾ ਵੀ ਅੱਛਾ ਰੋਬਰਟ, ਅੱਛਾ ਪਵੈਲ, ਅੱਛਾ ਉਹ ਨਹੀਂ, ਇਹ ਉਹ ਵਕੀਲ ਆ। ਉਹ ਇਸ ਕਰਕੇ ਨਹੀਂ ਹੋ ਰਹੇ ਪਏ ਅਸੀਂ ਆਪਣੇ ਆਪ ਨੂੰ ਏਦਾਂ, ਗੁਰਦੁਆਰੇ ਦੀ ਜਗ੍ਹਾ ਦੀ ਗੱਲ ਆ, ਅਸੀਂ ਅੱਗੇ ਕੋਈ ਥਾਂ ਬਣਾਉਣੀ ਆ, ਠੀਕ ਹੈ। ਅਸੀਂ ਤਾਂ ਇੱਕ ਬਹੁਤ ਵੱਡੀ ਧਿਰ ਆ ਜਿਹੜੀ ਕਾਬਜ ਹੋ ਕੇ ਬੈਠੀ ਆ, ਠੀਕ ਹੈ, ਜਿਹਦੇ ਬਰਾਬਰ ਕੁਛ ਖੜਾ ਕਰਨਾ ਚਾਹੁੰਦੇ ਆ, ਜਿਹਨੂੰ ਹਿਲਾਉਣਾ ਚਾਹੁੰਦੇ ਆ। ਅਸੀਂ ਇਸ ਥਾਂ ਤੇ ਖੜੇ ਰਹਿਣ ਤੋਂ ਬਿਨਾਂ ਨਹੀਂ ਹਿੱਲਣਾ। ਤੁਹਾਡਾ ਟੀਚਾ ਕੀ ਆ? ਤੁਹਾਡਾ ਏਜੰਡਾ ਕੀ ਆ? ਬਹੁਤ ਸਾਰੇ ਸਿਆਣੇ ਇੱਦਾਂ ਦੇ, ਇੱਕ ਉਹ ਅੱਗੇ ਘੁੰਗਰਾਣੇ ਤੋਂ ਹੁੰਦਾ ਸੀ ਬਲਦੀਪ ਸੰਧੂ ਹੁੰਦਾ ਸੀ ਉੱਧਰ, ਉਹ ਵਿਕਰਮ ਹੁੰਦਾ ਸੀ ਉੱਧਰ, ਠੀਕ ਹੈ, ਜਦੋਂ ਇੱਕ ਨੇ ਲਾਈਵ ਹੋ ਕੇ ਕੇਸ ਕਟਾਏ ਸੀ, ਕਿੰਨੇ ਜਣੇ ਹੋਰ ਸੀ ਜਿਹੜੇ ਇਹ ਸਾਰੇ, ਕੋਈ ਬੰਦਾ ਨਹੀਂ ਕਹਿ ਰਿਹਾ ਕਿਸੇ ਨੂੰ ਵੀ ਭਾਈ ਤੁਹਾਡੇ ਕੋਲ ਦਿਮਾਗ ਘੱਟ ਆ, ਠੀਕ ਹੈ। ਮੈਂ ਤਾਂ ਹੈਰਾਨ ਹੋ ਜਾਂਦਾ ਹੁੰਦਾ, ਪੈਨੀਆਂ ਇੰਟੈਲੀਜੈਂਟ ਪੋਸਟਾਂ, ਇੱਦਾਂ ਦੀਆਂ ਗੱਲਾਂ, ਮੇਰੀਆਂ ਅੱਧੀਆਂ ਕੀ ਛੱਡੋ, ਮੈਂ ਕਹਿੰਦਾ 75% ਪੋਸਟਾਂ ਜਿਹੜੀਆਂ ਮੈਂ ਸਿਰਫ ਕਾਪੀ ਕਰਕੇ ਸ਼ੇਅਰ ਕਰ ਦਿੰਦਾ। ਕੁਛ ਬੰਦੇ ਲਿਖ ਕੇ ਭੇਜ ਦਿੰਦੇ, ਉਹ ਪਾ ਦੇਣਾ ਮੈਂ, ਜਾਂ ਇੱਦਾਂ ਗੱਲਾਂ ਇੰਨੀਆਂ ਸਿਆਣੀਆਂ ਹੁੰਦੀਆਂ, ਅਸ਼ ਕਰ ਉੱਠਦਾ ਜੀ। ਉਹ ਆਪਣਾ ਖੁਸ਼ੀ ਦੇ ਨਾਲ, ਤੁਹਾਨੂੰ ਕੋਈ ਰੋਕ ਨਹੀਂ ਰਿਹਾ ਕੋਈ, ਪਰ ਮਿਹਰਬਾਨੀ ਕਰਕੇ ਉਹਨੂੰ ਸਾਡੇ ਨਾਲ ਨਾ ਜੋੜੋ ਉਹਨਾਂ ਗੱਲਾਂ ਨੂੰ, ਠੀਕ ਹੈ। ਜੇ ਤੁਸੀਂ ਚੱਲਣਾ ਚਾਹੁੰਦੇ ਹੋ ਉਹਦੇ ਵਿੱਚ, ਫਿਰ ਤਾਂ ਖੁੰਡ ਨਾਲ ਹੀ ਵੱਜਣਾ ਪਊਗਾ ਤੁਹਾਨੂੰ, ਠੀਕ ਹੈ। ਔਰ ਜਿਹੜੀ ਮੇਰੀ ਜਿੱਦ ਆ ਉਹ ਤਾਂ ਬਹੁਤ ਭੈੜੀ ਆ। ਜਿਨ੍ਹਾਂ ਨੂੰ ਤੋਰਿਆ, ਜਦੋਂ ਧੁੰਦੇ ਨਾਲ ਗੱਲ ਹੋਈ ਨਾ, ਏਦਾਂ 3 ਮਿੰਟ ਗੱਲ ਹੋਈ ਸੀ, 3 ਮਿੰਟ, ਔਰ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ 5 ਮਿੰਟ ਲੱਗੇ ਹੋਣ, ਉਹਨਾਂ ਦੇ 20-25 ਬੰਦੇ ਸੀ, ਉਹਨਾਂ ਸਾਰਿਆਂ ਨੂੰ ਅਨਫਰੈਂਡ ਕਰਕੇ, ਬਲੌਕ ਕਰਕੇ। ਗੁਰਪ੍ਰੀਤ ਆ ਸਾਡਾ ਸੈਕਟਰੀ, ਉਹਨੂੰ ਪੁੱਛ ਲਿਓ ਵੀ ਕਿੰਨੀਆਂ ਕਾਲਾਂ ਧੁੰਦੇ ਦੀਆਂ ਆਈਆਂ ਉਸ ਵੇਲੇ, ਇੱਦਾਂ ਥੋੜੇ ਮਿੰਟਾਂ ਦੇ ਵਿੱਚ। ਧੁੰਦਾ ਸੀ, ਪੰਥਪ੍ਰੀਤ ਸੀ, ਸਾਡਾ ਵਿਦਵਾਨ ਸੀ ਇੱਥੇ। ਜੇ ਇੰਨੇ ਇੰਟੈਲੀਜੈਂਟ ਬੰਦੇ ਜਿਹਨਾਂ ਦਾ ਨਾਂ ਆਇਆ ਇੰਨਾ, ਜੇ ਉਹਨਾਂ ਨੂੰ ਏਦਾਂ ਮੱਖਣ ਦੇ ਵਾਲਾਂ ਏਦਾਂ ਫਟਕਾ ਕੇ ਮਾਰਿਆ, ਤੇ ਹੋਰ ਕਿਸੇ ਚੀਜ਼ ਦੀ ਕਿਸੇ ਦੀ ਲੋੜ ਨਹੀਂ ਹੈਗੀ ਸਾਨੂੰ। ਤਾਂ ਸਾਡਾ ਆਪਣਾ ਸਰੂਰ ਹੀ ਬਹੁਤ ਆ, ਔਰ ਨਾ ਬੋਲੀਏ ਇੱਥੇ, ਨਾ ਬੈਠੀਏ ਇੱਥੇ, ਉਹਦੇ ਨਾਲ ਸਾਡਾ ਕੁਛ ਖੋ ਥੋੜੀ ਜਾਣਾ।
ਜਿੰਨਾ ਕੁ ਭੁਲੇਖਾ ਟਕਸਾਲੀਆਂ ਨੂੰ ਆ ਉਨਾ ਕੁ ਸ਼ਾਇਦ ਸਾਡੇ ਬੰਦਿਆਂ ਨੂੰ ਭੁਲੇਖਾ ਆ ਵੀ ਇੱਥੇ ਬੈਠਣ ਦੇ ਨਾਲ ਇਹਨਾਂ ਨੂੰ ਇੰਨਾ ਪੈਸਾ ਮਿਲਦਾ ਆ, ਇੱਦਾਂ ਆਹ ਹੁੰਦੀ ਆ, YouTube ਤੋਂ ਆਹ ਹੁੰਦਾ, ਇੱਥੋਂ ਆਹ ਹੁੰਦਾ। ਇੰਨੀ ਮੈਂ ਦੱਸਦਾ ਤੁਹਾਨੂੰ, ਫੇਸਬੁੱਕ ਦੇ ਲਈ 1.5 ਹਫ਼ਤਾ ਮੇਰੀ ਗੱਲ ਚੱਲਦੀ ਰਹੀ ਉਹਨਾਂ ਦੇ ਨਾਲ। $7,000 ਇੱਕ ਹਫ਼ਤੇ ਦਾ ਮੈਨੂੰ ਕਹਿ ਰਹੇ ਸੀ, ਔਰ ਗੱਲ ਹੀ ਨਹੀਂ ਸੀ ਵੀ ਪਹਿਲਾਂ ਅਕਾਊਂਟ ਵਿੱਚ ਪੈਸਾ ਰੱਖਣਾ ਸੀ ਉਹਨਾਂ ਨੇ। 8 ਤੋਂ 10 ਉਹਨੇ ਮੈਨੂੰ ਪੋਸਟਾਂ ਭੇਜਣੀਆਂ ਸੀ, ਉਹ 'ਚੋਂ ਚੂਜ਼ ਕਰਕੇ 2 ਕਰਨੀਆਂ ਸੀ ਮੈਂ ਸ਼ੇਅਰ। ਪਰ ਉਹਦੇ ਨਾਲ ਅੱਗੇ ਕੀ ਕੀ ਵਾਪਰਨਾ ਸੀ, ਜਦੋਂ ਮੈਂ ਉਹਦੀ ਡੰਗਾਈ ਤੱਕ ਗਿਆ, ਉਹਨਾਂ ਦੇ ਨਿਯਮ ਪੜ੍ਹੇ, ਮੈਂ ਦੇਖਿਆ ਮੈਂ ਕਿਹਾ ਨਹੀਂ, 3 ਬੰਦਿਆਂ ਦੀ ਤਨਖਾਹ ਆ ਹਫ਼ਤੇ ਦੀ, $7,000, 8-9 ਘੰਟੇ ਕੰਮ ਤੇ ਅੱਧਾ ਘੰਟਾ ਮੈਨੂੰ ਜਾਣ ਨੂੰ ਲੱਗਦਾ, 8-9 ਘੰਟੇ ਉੱਥੇ, ਔਰ ਇੱਕ ਦਿਨ ਦੇ 16,000 ਸਟੈਪ, 18,000 ਵੀ ਸਟੈਪ ਇੱਕ ਦਿਨ ਦੇ ਵਿੱਚ ਮੇਰੇ ਹੋ ਜਾਂਦੇ। ਇੰਨਾ ਤੁਰਨਾ ਪੈਂਦਾ ਮੈਨੂੰ, ਇੰਨੇ ਬੰਦਿਆਂ ਦੇ ਨਾਲ ਬੋਲਣਾ, ਇੰਨਾ ਕਰਨਾ। ਤੇ ਜੇ ਬੈਠੇ ਬਿਠਾਏ ਨੂੰ ਪੈਸੇ ਆਉਂਦੇ, ਕੀ ਲੋੜ ਹੈ? ਬਸ ਮੈਨੂੰ ਮੋਡ ਚੇਂਜ ਕਰਨਾ ਪੈਣਾ ਆਪਣਾ। ਬਹੁਤ ਕੁਛ ਕਰ ਸਕਦੇ ਹਾਂ। ਇਸ ਕਰਕੇ ਅਸੀਂ ਜਿਹੜਾ ਰਾਹ ਚੁਣਿਆ, ਅਸੀਂ ਕਿਸੇ ਮਜਬੂਰੀ ਨਾਲ ਨਹੀਂ ਚੁਣਿਆ, ਠੀਕ ਹੈ। ਆਪਣਾ ਸਰੂਰ ਆ, ਉਹ ਚੀਜ਼ ਦਾ ਨਸ਼ਾ ਆ ਸਾਨੂੰ, ਔਰ ਜੋ ਸਾਡੇ ਕੋਲ ਹੈਗਾ ਉਹ ਕੋਈ ਖੋ ਨਹੀਂ ਸਕਦਾ। ਇਸ ਕਰਕੇ ਜੇ ਉਹ ਜਿਹੜੀ ਮਾਣ ਮਿਲਿਆ, ਮੈਂ ਤਾਂ ਕਹਿੰਦਾ ਕੁਛ ਬੰਦਿਆਂ ਨੂੰ ਮਾਣ ਮਿਲਿਆ, ਤੁਸੀਂ ਉਸ ਲਿਸਟ ਦੇ ਵਿੱਚ ਆ, ਨਾਂ ਆ ਤੁਹਾਡਾ, ਤੁਸੀਂ ਪੋਸਟ ਲਿਖਦੇ ਆ, ਅਸੀਂ ਸ਼ੇਅਰ ਕਰ ਦਿੰਦੇ ਆ, ਠੀਕ ਹੈ। ਉਹਨੂੰ ਪਚਾ ਲਓ, ਉਲਟੀਆਂ ਨਾ ਕਰੋ। ਇੱਥੇ ਬੜਬੜੇ ਆਏ ਤੇ ਬੜਬੜੇ ਗਏ ਆ। ਔਕਾਤ ਵਿੱਚ, ਜਦੋਂ ਮੈਂ ਕਹਿੰਦਾ ਹੁੰਦਾ ਨਾ, ਆਪਣੀ ਔਕਾਤ ਵਿੱਚ ਰਿਹਾ ਕਰੋ, ਔਕਾਤ ਨਾ ਭੁੱਲਿਆ ਕਰੋ ਆਪਣੀ, ਠੰਡੇ ਰਹੋ ਥੋੜ੍ਹਾ ਜਿਹਾ, ਠੀਕ ਹੈ। ਜੇ ਛੜਾ ਮਾਰਨੀਆਂ ਤਾਂ ਕਿਤੇ ਵੀ ਜਾ ਕੇ ਮਾਰ ਸਕਦੇ ਤੁਸੀਂ, ਠੀਕ ਹੈ। ਇੰਨੀ ਸਖਤੀ ਤਾਂ ਉਹ ਨਹੀਂ ਕਰਦੇ ਹੁਣੇ ਜਿੰਨੀ ਨਾਲ, ਜੇ ਕੋਈ ਬੰਦਾ ਮੇਰੇ ਨਾਲ ਕੰਮ ਕਰਨਾ ਚਾਹੇ, ਜਿਹੜੇ ਬੰਦੇ ਨਿਊਜ਼ੀਲੈਂਡ 'ਚ ਹੈਗੇ ਆ, ਉਹਨਾਂ ਨੂੰ ਗੁਰਦੁਆਰਾ ਪੇਂਟ ਵੀ ਕਰਨਾ ਹੋਵੇ ਨਾ, ਇੱਦਾਂ ਮੇਰੇ ਨਾਲ 10 ਬੰਦੇ ਆ ਜਾਣ ਤਾਂ 1 ਮਿੰਟ ਖੜ ਨਹੀਂ ਸਕਦੇ ਉਹ। ਤੇ ਜੇ ਤੁਹਾਡੀਆਂ ਇੱਦਾਂ ਬੋਲਣ ਨੂੰ ਤੁਹਾਨੂੰ ਇੰਨੀ ਖੁੱਲ੍ਹ ਹੈਗੀ ਆ ਇੱਦਾਂ, ਤੇ ਉਹ ਕਿਸੇ ਕਾਰਨ ਕਰਕੇ ਆ ਵੀ ਨਹੀਂ, ਠੀਕ ਹੈ ਭਾਈ, ਕੁਛ ਨਵਾਂ ਨਿਕਲ ਰਿਹਾ ਤੁਹਾਡੇ ਅੰਦਰੋਂ। ਪਰ ਉਹ ਜਿਹੜਾ ਨਵਾਂ ਨਿਕਲ ਰਿਹਾ ਆ, ਜਿਹੜਾ ਤੁਹਾਨੂੰ ਉਹਦਾ ਬੈਨੀਫਿਟ ਮਿਲ ਰਿਹਾ ਆ, ਉਹਦੇ ਨਾਲ ਬੈਨੀਫਿਸ਼ਰੀ ਨਾ ਬਣੋ ਆਪ, ਐਡਵਾਂਟੇਜ ਲੈਣ ਦੀ ਗੱਲ ਨਾ ਕਰੋ ਉਹਦੇ ਨਾਲ। ਨਹੀਂ ਤਾਂ ਸੋਚੋ ਵੀ ਜਿਹੜੇ 18, 20, 24 ਸਾਲ ਦੇ ਮੁੰਡੇ ਆ, ਉਹਨਾਂ ਦੀ ਕੁੜੀਆਂ ਨਾਲ ਰਿਲੇਸ਼ਨਸ਼ਿਪ ਕਿੱਦਾਂ ਦੀ ਹੋਊਗੀ, ਉਹ ਕਿੱਦਾਂ ਬੁਲਿੰਗ ਕਰਨਗੇ ਉਸ ਚੀਜ਼ ਨੂੰ। ਆਪਣੇ ਫਾਇਦੇ ਲੈਣ ਲਈ ਨਾ ਆਪਾਂ ਕਰੀਏ, ਠੀਕ ਹੈ ਜੀ।